दूरों चल कै मैं तकी तो सरनाए जियो मैं आशा रखी चित में मेरा सबो दुख गवाए जियो वाहिगुरु साहिब जियो। राग सोरठ बाणी भगत रविदास जी की एक ओंकार सतगुर प्रसाद। जब हम होते तब तू नाही अब तू ही मैं नाही अनल अगम जैसे लहर में उदद जल केवल जल माही। जब हम होते तब तू नाही अब तू ही मैं नाही अनल अगम जैसे लहर में उदद जल केवल जल माही। माधवे क्या कहिए प्रभ ऐसा जैसा मानिए होए ना तैसा रहाओ। नरपत एक सिंहासन सोया सुपने पिया भिखारी अछत राज बिछरत दुख पाया सो गत पई हमारी। राज पोयांग प्रसंग जैसे है अब कछ मरम जनाया अनिक कटक जैसे फूल परे अब कहते कहन नाया। सर्बे एक अनेक स्वामी सब कट भोग वैसोई कह रविदास हाथ पैनेरै सहजे हुए सो हुई। सर्बे एक अनेक स्वामी सब कट भोग वैसोई कह रविदास हाथ पैनेरै सहजे होए सो होई। वाहिगुरु जी का खालसा वाहिगुरु जी की फतेह। राग सोरठ बाणी भगत रविदास जी की एक ओंकार सतगुर प्रसाद। जब हम होते तब तू नाही अब तू ही मैं नाही अनल अगम जैसे लहर में उदद जल केवल जल माही। धन धन जुग जुग अटल चवर छत्र के पालक बाणी के बोहित गरीब निवाज श्री गुरु ग्रंथ साहिब जी की साजी निवाजी गुरु प्यारी साध संगत जी वडभागे हाँ पातशाह जी की बाणी नाल गुरु रूप संगत नाल दर्शन दिदारियां नाल जुड़ के अपना जीवन सफला ते वडभागा बना रहे हैं जी। सो अज दे हुक्मां दी दात धन धन श्री गुरु ग्रंथ साहिब जी दे 657 ਅਤੇ 58 अंग ते ਸੁਭਾਈਮਾਨ ਹਨ ਜੀ। ਰਾਗ ਸੋਰਠ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ
जब हम होते तब तू नाही, अब तू ही मैं नाही। ਭਗਤ ਰਵਿਦਾਸ ਮਹਾਰਾਜ ਜੀ ਬਾਣੀ ਦੇ ਰਾਹੀਂ ਆਪਣੇ ਮਨ ਦੀ ਵਿਚਾਰ ਸਾਂਝੀ ਕਰਦੇ ਹਨ। ਇਹ ਅਕਾਲ ਪੁਰਖ ਪਾਤਸ਼ਾਹ ਸਿੱਧੀ ਗੱਲ ਉਹ ਅਕਾਲ ਪੁਰਖ ਨਾਲ ਕਰਦੇ ਹਨ। ਜਬ ਹਮ ਹੋਤੇ, ਜਦੋਂ ਤੇ ਮੇਰੇ ਅੰਦਰ ਵਿਕਾਰਾਂ ਦੀ ਹੋਮੇ ਮੈਂ ਸੀ, ਕਿਸੇ ਨੂੰ ਨੀਵਾਂ ਦਿਖਾਉਣ ਦੀ ਚਾਹ ਸੀ, ਤਬ ਤੂੰ ਨਹੀਂ, ਉਦੋਂ ਤੂੰ ਮੇਰੇ ਅੰਦਰ ਪਾਤਸ਼ਾਹ ਪ੍ਰਗਟ ਨਹੀਂ ਹੋਇਆ, ਤੇਰਾ ਅੰਸ਼ ਮੇਰੇ ਅੰਦਰ ਨਹੀਂ ਸੀਗਾ। ਅਬ ਤੂੰ ਹੀ ਮੈਂ ਨਾਹੀ, ਕਿਰਪਾ ਕਰ ਹੁਣ ਤੇ ਮੇਰੇ ਹਿਰਦੇ ਘਟ ਦੇ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ। ਅਬ ਤੂੰ ਹੀ ਮੈਂ ਨਾਹੀ, ਕਿਉਂਕਿ ਹੁਣ ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ ਏ। ਹਰ ਮਨੁੱਖ ਦੇ ਵਿੱਚ ਤੇਰੀ ਹੀ ਦਿੱਖ ਮੈਨੂੰ ਦਿਖਾਈ ਦਿੰਦੀ ਹੈ। ਅਬ ਤੂੰ ਹੀ ਹੁਣ ਹਰੇਕ ਪਾਸੇ ਅਕਾਲ ਪੁਰਖ ਤੇਰੀ ਗੁਰਬਾਣੀ ਦਾ ਪਸਾਰ, ਤੇਰੀ ਬੰਦਗੀ ਦਾ ਪਸਾਰ ਆਪਣੇ ਜੀਵਨ ਦੇ ਵਿੱਚ ਮੈਨੂੰ ਨਜ਼ਰ ਆਉਂਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਭਾਵ ਜਿਹੜਾ ਹੰਕਾਰ ਹੈ, ਹਉਮੈ ਹੈ, ਗੁਰੂ ਪਿਆਰੀ ਸਾਧ ਸੰਗਤ ਜੀ, ਮਨੁੱਖ ਦੇ ਘਰ ਦੇ ਅੰਦਰ, ਮਨ ਦੇ ਅੰਦਰ ਘਰ ਕਰ ਜਾਂਦੀ ਹੈ। ਤੇ ਜਿਹੜਾ ਮਨ ਹੈ, ਮਨ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਰੀਰ ਦੇ 9 ਨਵਾਰ ਆਖੇ ਗਏ ਨੇ। 9 ਦਵਾਰੇ, 9 ਦਵਾਰਿਆਂ ਦੇ ਵਿੱਚੋਂ ਨੱਕ, ਕੰਨ, ਅੱਖ, ਸਰੀਰ ਦੇ ਸਾਰੇ ਅੰਗ ਆ ਜਾਂਦੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਐਸਾ ਵੀ ਅੰਗ ਹੈ, ਆਕਾਰ ਹੈ, ਜਿਹੜਾ ਕਿ ਦਿਖਾਈ ਨਹੀਂ ਦਿੰਦਾ, ਤੇ ਸਭ ਤੋਂ ਵੱਡਾ ਉਹੀ ਹੈ। ਉਹ ਕਿਹੜਾ ਹੈ? ਮਨ ਬੰਦੇ ਦਾ, ਮਨੁੱਖ ਦਾ ਜਿਹੜਾ ਮਨ ਹੈ ਨਾ, ਉਹ ਦਿਖਾਈ ਨਹੀਂ ਦਿੰਦਾ, ਪਰ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਐਸੀ ਸ਼ੈ ਹੈ, ਜੇ ਤੇ ਮਨੁੱਖ ਚੰਗੇ ਕੰਮਾਂ ਵੱਲ ਨੂੰ ਤੁਰ ਪਏ, ਉਹ ਮਨੁੱਖ ਨੂੰ ਚੰਗੇ ਕੰਮਾਂ ਵੱਲ ਵੀ ਤੋਰ ਸਕਦਾ ਜੇ ਉਹ ਚਾਹਵੇ, ਤੇ ਜੋ ਆਪਣੀ ਆਈ ਤੇ ਆ ਜਾਏ ਤੇ ਮਨੁੱਖ ਨੂੰ ਮਾੜੇ ਕੰਮਾਂ ਵੱਲ ਵੀ ਤੋਰ ਲੈਂਦਾ। ਇੰਨਾ ਬਲਵਾਨ ਹੈ ਮਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੰਕਾਰ ਜਿਹੜੀ ਸ਼ੈ ਹੈ, ਉਹ ਮਨੁੱਖ ਨੂੰ, ਹੁਣ ਕਿਸੇ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਅਵਗੁਣ ਨੇ ਨਾ, ਹੁਣ ਅਵਗੁਣਾਂ ਦੇ ਸਦਕੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਹੰਕਾਰ ਆ ਜਾਂਦਾ। ਅਸੀਂ ਮੰਨਦੇ ਹਾਂ, ਕਿਸੇ ਨੂੰ ਕਾਰ ਦਾ ਹਉਮੈ, ਕਿਸੇ ਨੂੰ ਘਰ ਦਾ ਹਉਮੈ, ਕਿਸੇ ਨੂੰ ਬੱਚਿਆਂ ਦਾ, ਕਿਸੇ ਨੂੰ ਪੁੱਤਰਾਂ ਦਾ, ਕਈ ਪ੍ਰਕਾਰ ਦੀ ਹਉਮੈ ਹੈ ਸੰਸਾਰ ਤੇ। ਫਿਰ ਕਿਸੇ ਨੂੰ ਨੀਵਾਂ ਦਿਖਾ ਕੇ ਹਉਮੈ, ਤੇਰੇ ਕੋਲ ਇੱਕ ਹੈ, ਮੇਰੇ ਕੋਲ 2 ਹੈ, ਇਹ ਹਉਮੈ ਦਿਖਾ ਕੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਗੁਣਾਂ ਦੇ ਵੀ ਹੰਕਾਰ ਆ ਜਾਂਦਾ ਹੈ, ਗੁਣਾਂ ਦੇ ਵਿੱਚ ਵੀ ਹਉਮੈ ਆ ਜਾਂਦੀ ਹੈ। ਗੁਣਾਂ ਦੇ ਵਿੱਚ ਹਉਮੈ ਕਿਸ ਤਰ੍ਹਾਂ ਆ ਜਾਂਦੀ ਹੈ? ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਕੋਈ ਗਿਆਨਵਾਨ ਹੈ, ਉਹਨੂੰ ਆਪਣੇ ਗਿਆਨ ਤਾਂ ਹਉਮੈ ਹੰਕਾਰ ਹੋ ਜਾਂਦਾ ਹੈ। ਕੋਈ ਲਿਖਾਰੀ ਹੈ ਬੜਾ ਤਗੜਾ, ਹੁਣ ਉਹਨੂੰ ਉਹਦੀ ਹਉਮੈ ਹੋ ਜਾਂਦੀ ਹੈ ਕਿ ਮੇਰੇ ਤੋਂ ਵੱਡਾ ਕੋਈ ਲਿਖਾਰੀ ਨਹੀਂ, ਮੇਰੇ ਤੋਂ ਵਧੀਆ ਕੋਈ ਲਿਖ ਨਹੀਂ ਸਕਦਾ। ਕੋਈ ਗੁਰਬਾਣੀ ਪੜ੍ਹਦਾ, ਕੋਈ ਧਰਮ ਨਾਲ ਜੁੜਿਆ, ਉਹ ਆਖਦਾ ਕਿ ਮੇਰੇ ਨਾਲ ਵੱਧ ਕੋਈ ਗੁਰਬਾਣੀ ਨਹੀਂ ਕਰ ਸਕਦਾ, 6-6 ਘੰਟੇ ਮੈਂ ਗੁਰਬਾਣੀ ਕਰਦਾ। ਕੋਈ ਰਾਤ ਨੂੰ 1 ਵਜੇ ਉੱਠ ਜਾਂਦਾ, ਉਹਨੂੰ ਉਹ ਹਉਮੈ ਹੋ ਜਾਂਦੀ ਹੈ, ਹੰਕਾਰ ਹੋ ਜਾਂਦਾ ਕਿ ਮੈਂ ਇੰਨੀ ਰਾਤ ਨੂੰ ਉੱਠ ਜਾਂਦਾ। ਕੋਈ ਟਾਵਾਂ ਵਿਰਲਾ ਹੀ ਉੱਠਦਾ ਹੋਣਾ, ਇਹ ਵੀ ਹਉਮੈ ਹੈ। ਗੁਣ ਦੇ ਵਿੱਚ ਵੀ ਹਉਮੈ ਆ ਜਾਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਬੰਗਾਲ ਦਾ ਇੱਕ ਸਾਧੂ ਮਹਾਂਪੁਰਸ਼ ਹੋਇਆ ਏ, ਉਹਦਾ ਨਾਮ ਹੈ ਗੁਰਨ ਗੋਸਾਈ। ਗੁਰਨ ਗੋਸਾਈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਨ ਗੋਸਾਈ ਸੀ ਨਾ, ਜਿਹੜਾ ਉਮਰ ਥੋੜ੍ਹੀ ਉਮਰ ਸੀ, ਕੋਈ 35-40 ਸਾਲ ਦੀ ਉਮਰ ਹੈ, ਜਵਾਨੀ ਅਵਸਥਾ ਹੀ ਆਖ ਲਈਏ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਗੁਰੰਗ ਬਾਣੀ ਬੜੀ ਪੜ੍ਹਦਾ ਸੀ, ਉਹਦਾ ਉਚਾਰਨ ਬੜਾ ਸ਼ੁੱਧ ਸੀ। ਆਪਣੀ ਧਰਮ ਦੀ ਜਿਹੜੀ ਗੁਰਬਾਣੀ ਪੜ੍ਹਦਾ ਸੀ ਨਾ ਗੁਰੰਗ, ਉਹ ਬੜਾ ਸ਼ੁੱਧ ਉਚਾਰਨ ਕਰਦਾ ਸੀਗਾ। ਤੇ ਲੋਕਾਂ ਨੇ ਉਹਨੂੰ ਸੁਣਨਾ, ਆਖਣਾ ਕਿ ਭਾਈ ਤੂੰ ਆਪਣੇ ਧਰਮ ਅਸਥਾਨ ਦੇ ਉੱਤੇ ਬਹਿ ਕੇ ਗੁਰਬਾਣੀ ਪੜ੍ਹਿਆ ਕਰ, ਤੇਰੀ ਆਵਾਜ਼ ਵੀ ਬੜੀ ਸੋਹਣੀ ਹੈ, ਤੇਰਾ ਉਚਾਰਨ ਵੀ ਬੜਾ ਸ਼ੁੱਧ ਹੈ, ਠਹਿਰਾਓ ਵਿਸ਼ਰਾਮ ਬਹੁਤ ਸੋਹਣੀ ਬਾਣੀ ਪੜ੍ਹਦਾ ਹੈ। ਤੇ ਹੁਣ ਗੁਰਨ ਨੇ ਬਹਿ ਕੇ ਬਾਣੀ ਪੜ੍ਹਨ ਲੱਗ ਪਿਆ। ਪੜ੍ਹਦਿਆਂ ਲੋਕਾਂ ਨੇ ਕਹਿਣਾ ਵੀ ਭਾਈ ਹੁਣ ਥੋੜ੍ਹੀ ਵਿਚਾਰ ਵੀ ਇਹਨਾਂ ਦੀ ਸਾਂਝ ਵੀ ਕਰਿਆ ਕਰ, ਤੇਰੇ ਅੰਦਰ ਇਹ ਬੀਜ ਹੈ, ਤੂੰ ਕਰ ਸਕਦਾ। ਹੁਣ ਗੁਰਨ ਨੇ, ਗੁਰੂ ਪਿਆਰੇ ਸਾਧ ਸੰਗਤ ਗੋਸਾਈ ਨੇ ਕੀ ਕਰਨਾ ਕਿ ਹੌਲੀ ਹੌਲੀ ਉਹ ਜਿਹੜੀ ਗੁਰਬਾਣੀ ਸੀ ਉਹਦੀ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ, ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਕਰਦਿਆਂ ਥੋੜ੍ਹਾ ਜਿਹਾ ਸਮਾਂ ਬਤੀਤ ਹੋਇਆ,
ਤੇ ਕਈ ਵਾਰੀ ਐਸਾ ਹੁੰਦਾ ਕੋਈ ਬੱਚਾ ਜਾਂ ਕੋਈ ਮਨੁੱਖ ਕਿਸੇ ਚੀਜ਼ ਨੂੰ ਛੇਤੀ ਪਕੜ ਕਰ ਲੈਂਦਾ ਤੇ ਕਿਸੇ ਨੂੰ ਅਸੀਂ ਸਮਝਾਈ ਜਾਈਏ ਬਾਰ-ਬਾਰ ਤੇ ਉਹਨੂੰ ਉਹ ਸਮਝ ਹੀ ਨਹੀਂ ਆਉਂਦੀ। ਹੁਣ ਗੁਰੰਗ ਗੋਸਾਈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬੜਾ ਸੋਹਣਾ ਉਚਾਰਨ ਸ਼ੁੱਧ ਕਰਨ ਲੱਗ ਪਿਆ, ਉਦਾਹਰਨਾਂ ਦੇ ਦੇ ਕੇ ਬਾਣੀ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਧਰਮ ਦਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੁਰੰਗ ਦੇ ਮਨ ਦੇ ਵਿੱਚ ਹੰਕਾਰ ਆ ਗਿਆ, ਨਾਮ ਵੀ ਹੋ ਗਿਆ, ਲਾਗੇ ਛਾਗੇ ਦੇ ਪਿੰਡਾਂ ਦੇ ਵਿੱਚ ਕਈ ਸਥਾਨਾਂ ਦੇ ਵਿੱਚ ਨਾਂ ਹੋ ਗਿਆ ਕਿ ਭਾਈ ਗੁਰੰਗ ਗੋਸਾਈ ਹੈ, ਕੋਈ ਬੜਾ ਵਿਦਵਾਨ ਹੈ, ਗਿਆਨਵਾਨ ਹੈ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਗੁਰੰਗ ਨੂੰ ਹੋਮੇ ਹੰਕਾਰ ਹੋ ਗਿਆ ਕਿ ਹੁਣ ਮੇਰੇ ਨਾਲ ਦਾ ਨੇੜੇ ਤੇੜੇ ਤੇ ਕੋਈ ਹੈ ਹੀ ਨਹੀਂ ਗਾਣਾ, ਗਿਆਨਵਾਨ ਕੋਈ ਗਿਆਨੀ ਨਹੀਂ ਹੈਗਾ ਮੇਰੇ ਵਰਗਾ। ਸਮਾਂ ਬਤੀਤ ਹੋਇਆ ਤੇ ਗੁਰੰਗ ਗੋਸਾਈ ਨੇ ਆਪਣੇ ਨਗਰ ਤੋਂ ਦੂਰ ਕਿਤੇ ਵਿਆਖਿਆ ਕਰਨ ਜਾਣੀ ਸੀ, ਕਥਾ ਕਰਨ ਜਾਣੀ ਸੀ। ਹੁਣ ਉਹਨੇ ਗੰਗਾ ਪਾਰ ਜਾਣਾ ਸੀਗਾ, ਕਾਫੀ ਦੂਰ ਸੀ, ਕੁਝ ਕੁ ਘੰਟਿਆਂ ਦਾ ਸਮਾਂ ਸੀ। ਹੁਣ ਨਦੀ ਦੇ ਕਿਨਾਰੇ, ਗੰਗਾ ਦੇ ਕਿਨਾਰੇ ਤੇ ਜਦੋਂ ਗੁਰੰਗ ਗੋਸਾਈ ਪਹੁੰਚਿਆ, ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਬੇੜੀ ਆਈ, ਬੇੜੀ ਦੇ ਵਿੱਚ ਬੈਠਾ। ਹੁਣ ਨਦੀ ਬੜੀ ਲੰਮੀ ਆ, ਘੱਟੋ ਘੱਟ 15-20 ਮਿੰਟ ਦਾ ਰਾਹ ਨਦੀ ਦਾ ਏ। ਹੁਣ ਉਹਨੂੰ ਸੀਟ ਨਾ ਮਿਲੀ, ਬੈਠਣ ਨੂੰ ਸਥਾਨ ਨਾ ਮਿਲਿਆ। ਗੁਰੂ ਨੂੰ ਬੇੜੀ ਦੇ ਵਿੱਚ ਖੜਾ ਦੇਖਦਾ ਏ ਕਿ ਬੜੇ ਲੋਕ ਨੇ, ਬੇੜੀ ਵੱਡੀ ਏ, ਘੱਟੋ ਘੱਟ 25-30 ਲੋਕ ਨੇ ਤੇ ਸਾਰੇ ਆਪੋ ਆਪਣੀਆਂ ਗੱਲਾਂ ਵਿੱਚ ਲੱਗੇ ਨੇ। ਗੁਰੂ ਨੇ ਵੇਖਿਆ ਕਿ ਮੇਰੇ ਵੱਲ ਤੇ ਕੋਈ ਵੇਖਦਾ ਹੀ ਨਹੀਂ, ਮੈਂ ਐਡਾ ਪ੍ਰਚਾਰਕ ਆ, ਇੰਨਾ ਗਿਆਨਵਾਨ ਆ, ਇੰਨਾ ਮੇਰਾ ਨਾਮ ਏ, ਇਹਨਾਂ ਦੇ ਵਿੱਚ ਕੋਈ ਇੱਕ ਵੀ ਨਹੀਂ ਜਿਹੜਾ ਕਿ ਮੈਨੂੰ ਜਾਣਦਾ ਹੋਵੇ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਹੁਣ ਗੁਰੰਗ ਨੇ ਕੀ ਦੇਖਿਆ ਕਿ ਇੱਕ ਥੱਲੇ ਬੇੜੀ ਦੇ ਵਿੱਚ ਹੀ ਕੋਈ 80-90 ਸਾਲ ਦਾ ਬਜ਼ੁਰਗ ਅਵਸਥਾ ਵਾਲਾ, ਸਰੀਰ ਭਗਵਾ ਝੋਲਾ ਪਾਇਆ ਹੋਇਆ ਬੈਠਾ ਹੋਇਆ। ਹੁਣ ਉਹਨੇ ਕਿਹਾ ਕਿ ਇਹ ਤੇ ਗਿਆਨੀ ਲੱਗਦਾ ਮਾੜਾ ਮੋਟਾ, ਸ਼ਾਇਦ ਇਹ ਮੈਨੂੰ ਜਾਣਦਾ ਹੋਏਗਾ। ਕੋਲ ਗਿਆ, ਜਾ ਕੇ ਮੋਢਿਆਂ ਤੋਂ ਫੜਿਆ, ਫੜ ਕੇ ਆਖਿਆ ਕਿ ਬਾਬਾ ਮੈਨੂੰ ਪਛਾਣਦਾ ਈ? ਉਸ ਬਜ਼ੁਰਗ ਨੇ ਬੈਠੇ ਨੇ ਉਹ ਤਾਂ ਨੂੰ ਵੇਖਿਆ ਨਾ ਤੇ ਆਖਣ ਲੱਗਾ, ਫਿਰ ਨੀਵੀਂ ਪਾ ਲਈ, ਪਹਿਲਾਂ ਤੇ ਨੀਵਾਂ ਪਾ ਲਈ। ਹੁਣ ਗੁਰੂ ਨੇ ਵੇਖਿਆ ਕਿ ਇਹਨੇ ਮੈਨੂੰ ਵੇਖ ਕੇ ਨੀਵੀਂ ਕਿਉਂ ਪਾ ਲਈ ਹੈ, ਮਨ ਦੇ ਵਿੱਚ ਹੋਰ ਹੁਮੇ ਆ ਗਿਆ, ਗੁੱਸਾ ਆ ਗਿਆ ਥੋੜਾ। ਫਿਰ ਆਖਿਆ ਕਿ ਇਹ ਬਜ਼ੁਰਗਾ ਮੇਰੇ ਵੱਲ ਵੇਖ, ਤੂੰ ਮੈਨੂੰ ਪਛਾਣਦਾ ਹੈ ਨਾ, ਜਾਣਦਾ? ਹੁਣ ਗੁਰੂ ਪਿਆਰੇ ਸਾਧ ਸੰਗਤ ਜੀ ਸਾਧੂ ਨੇ ਫਿਰ ਵੇਖਿਆ ਤੇ ਵੇਖ ਕੇ ਆਖਿਆ, ਭਾਈ ਤੂੰ ਕੌਣ ਏ? ਤੇ ਆਖਣ ਲੱਗਾ ਕਿ ਪਹਿਲਾਂ ਤੂੰ ਕੌਣ ਏ ਦੱਸ। ਉਹ ਆਖਣ ਲੱਗ ਕਿ ਮੈਨੂੰ ਤੇ ਆਪ ਨੂੰ ਨਹੀਂ ਪਤਾ ਕਿ ਮੈਂ ਕੌਣ ਆ, ਅੱਜ ਤੱਕ ਮੈਂ ਇਹੀ ਖੋਜ ਕਰੀ ਜਾਂਦਾ ਆ ਆਪਣੀ ਤੇ ਆਪਣੇ ਪਰਮਾਤਮਾ ਦੀ। ਅੱਜ ਤੱਕ ਮੈਨੂੰ ਇਹ ਨਹੀਂ ਸਮਝ ਆਈ ਕਿ ਮੈਂ ਕੌਣ ਆ। ਸਾਧੂ ਨੇ ਇਹ ਬਚਨ ਆਖੇ, ਸਾਧੂ ਨੇ। ਤੇ ਗੁਰੂ ਪਿਆਰੇ ਸਾਧ ਸੰਗਤ ਗੁਰੂ ਆਖਣ ਲੱਗਾ ਕਿ ਮੈਂ ਗੁਰੰਗ ਗੋਸਾਈ ਆ, ਮੈਂ ਬੰਗਾਲ ਦਾ ਇੱਥੇ ਦਾ ਰਹਿਣ ਵਾਲਾ, ਮੈਂ ਐਡਾ ਗਿਆਨਵਾਨ ਪ੍ਰਚਾਰਕ ਕਥਾਵਾਚਕ ਆ। ਸਾਧੂ ਤੂੰ ਮੈਨੂੰ ਜਾਣਦਾ ਨਹੀਂ, ਮੈਨੂੰ ਪਛਾਣਿਆ ਨਹੀਂ ਤੂੰ? ਓਹੋ ਆਖਣ ਲੱਗਾ ਸਾਧੂ ਕਿ ਅੱਛਾ ਤੂੰ ਏ ਉਹ ਮੂਰਖ ਗੁਰੰਗ ਗੋਸਾਈ, ਉਹ ਝੱਲਾ, ਉਹ ਹੰਕਾਰੀ ਪੁਰਸ਼। ਆਖਣ ਲੱਗਾ ਇਹ ਬਚਨ ਸੁਣ ਕੇ ਗੁਰੰਗ ਹੋਰ ਗੁੱਸੇ ਦੇ ਵਿੱਚ ਆ ਗਿਆ। ਕਹਿੰਦਾ ਤੂੰ ਇਹ ਕਿਸ ਤਰ੍ਹਾਂ ਆਖ ਸਕਦਾ, ਮੈਨੂੰ ਮੂਰਖ ਕਿਉਂ ਆਖਦਾ? ਆਖਣ ਲੱਗਾ ਕਿ ਤੂੰ ਕਥਾ ਵਿਚਾਰ ਤੇ ਕਰਦਾ, ਆਪਣੇ ਆਪ ਨਾਲ ਕਰਦਾ, ਆਪੇ ਕਰਦਾ, ਕਿ ਕਦੇ ਵੇਖਿਆ ਹੀ ਕਿ ਪ੍ਰਮਾਤਮਾ ਤੇਰੇ ਕੋਲ ਬੈਠ ਕੇ ਤੇਰੀ ਕਥਾ, ਤੇਰੀ ਵਿਚਾਰ ਸੁਣਦਾ? ਜਿਹਦੀ ਕਥਾ ਕਰਦਾ ਉਹ ਤੇਰੇ ਕੋਲ ਬਹਿੰਦਾ ਕਦੇ? ਹੁਣ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਇੰਨੀ ਕੁ ਗੱਲ ਸੁਣੀ ਨਾ, ਥੋੜਾ ਜਿਹਾ ਹਉਮੈ 'ਚ ਫਰਕ ਪੈ ਗਿਆ, ਹੰਕਾਰ 'ਚ ਥੋੜਾ ਫਰਕ ਪੈ ਗਿਆ। ਆਖਣ ਲੱਗਾ ਕਿ ਇੰਨੇ ਪਿੰਡਾਂ ਦੇ ਵਿੱਚ ਮੇਰਾ ਨਾਮ ਏ, ਇੰਨੀ ਦੁਨੀਆ ਮੈਨੂੰ ਜਾਣਦੀ ਏ, ਤੇ ਤੂੰ ਮੈਨੂੰ ਇਹ ਗੱਲ ਕਹਿਣਾ ਕਿ ਮੈਂ ਮੂਰਖ ਆ। ਆਖਣ ਲੱਗਾ ਕਿ ਤੂੰ ਪ੍ਰਮਾਤਮਾ ਤੋਂ ਪਰੇ ਆ, ਤੇਰੇ ਅੰਦਰ ਤੇ ਬੀਜ ਨਾਮ ਬਾਣੀ ਸਦਕਾ, ਵਿਚਾਰ ਸਦਕਾ ਗਿਆਨ ਆਇਆ ਹੀ ਨਹੀਂ, ਤੂੰ ਉਹ ਗਿਆਨੀ ਹੈ, ਗਿਆਨਹੀਨ ਹੈ ਤੂੰ, ਤੇਰੇ ਕੋਲੋਂ ਗਿਆਨ ਨਹੀਂ, ਤੇਰਾ ਗਿਆਨ ਹੈ ਜਿਹੜਾ ਵਿਅਰਥ ਹੈ, ਹਉਮੈ ਦੇ ਵਿੱਚ ਤੂੰ ਆਪਣੇ ਆਪ ਨੂੰ ਸਾੜ ਲਿਆ। ਉਜਾਗਰ ਹੋਣ ਦੀ ਬਜਾਏ
ਤੂੰ ਅੰਧੇਰੇ ਦੇ ਵਿੱਚ ਚਲਾ ਗਿਆ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀਓ, ਜਦੋਂ ਇੰਨੇ ਬਚਨ ਸੁਣਨੇ ਸਾਧੂ ਮਹਾਂਪੁਰਸ਼ ਦੇ ਕੋਲੋਂ, ਤੇ ਹੁਣ ਜਿਹੜਾ ਗੁਰੰਗ ਸੀਗਾ, ਗੁਰੂ ਪਿਆਰੇ ਸਾਧ ਸੰਗਤ ਜੀਓ, ਹੁਣ ਜਿੱਥੇ ਕਥਾ ਕਰਨ ਜਾਣੀ ਸੀ ਉੱਥੇ ਮਨ ਥੋੜ੍ਹਾ ਹੁਣ ਲੱਗਦਾ ਹੈ। ਜਦੋਂ ਕੋਈ ਸਾਨੂੰ ਕੋਈ ਮਾੜੇ ਬਚਨ ਬੋਲਦੇ ਤੇ ਸਾਡਾ ਮਨ ਟੁੱਟ ਜਾਂਦਾ। ਸਾਡੇ ਕੋਲੋਂ ਕੰਮ ਕੋਈ ਕਰਨਾ ਹੋਵੇ ਨਾ ਤੇ ਚੱਜ ਨਾਲ ਨਹੀਂ ਹੁੰਦਾ, ਕੌਨਫੀਡੈਂਸ ਮਰ ਜਾਂਦਾ ਮਨੁੱਖ ਦਾ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਹੁਣ ਗੁਰੂ ਪਹੁੰਚਿਆ, ਮਾੜੀ ਮੋਟੀ ਕਥਾ ਵਿਚਾਰ ਕੀਤੀ ਕਰਕੇ ਹੁਣ ਘਰ ਨਾ ਵਾਪਸ ਪਰਤਿਆ। ਗੁਰੂ ਗੋਸਾਈ ਘਰ ਨਾ ਪਰਤਿਆ। ਇਸੇ ਤਰ੍ਹਾਂ ਹੀ ਜਾ ਕੇ ਗੁਰੂ ਪਿਆਰੇ ਸਾਧ ਸੰਗਤ ਜੀ ਕਿਤੇ ਇਕਾਂਤ ਦੇ ਵਿੱਚ ਬਹਿ ਗਿਆ ਤੇ ਰਾਮ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਉਹ ਭਗਵਾਨ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। 12 ਸਾਲ ਨਾਮ ਦਾ ਉਚਾਰਨ ਕੀਤਾ, ਜਾਪ ਕੀਤਾ, ਸਮਝਣ ਦੀ ਕੋਸ਼ਿਸ਼ ਕੀਤੀ ਕਿ ਰਾਮ ਪਰਮਾਤਮਾ ਕੌਣ ਹੈ, ਕੀ ਹੈ। ਹੁਣ 12 ਸਾਲ ਕਰਦਾ ਰਿਹਾ। 12 ਸਾਲਾਂ ਬਾਅਦ ਜਦੋਂ ਮਨ ਨੂੰ ਥੋੜ੍ਹੀ ਸਮਝ ਆਈ ਤੇ ਅੱਖ ਖੋਲ੍ਹੀ ਤੇ ਵੇਖਿਆ ਕਿ ਮੈਨੂੰ ਇੰਨੇ ਸਾਲ 12 ਸਾਲ ਹੋ ਗਏ ਨੇ, ਪਰ ਮਨ ਨੂੰ ਲੱਗਾ ਕਿ ਮੈਨੂੰ ਸਮਝ ਨਹੀਂ ਹਜੇ ਵੀ ਆਈ ਰਾਮ ਦੀ, ਗਿਆਨ ਹਜੇ ਵੀ ਨਹੀਂ ਹੋਇਆ, ਪ੍ਰਕਾਸ਼ ਹਜੇ ਵੀ ਨਹੀਂ ਹੋਇਆ। ਜਦੋਂ ਕਿਸੇ ਗੱਲ, ਕੋਈ ਗੁਣ, ਕੋਈ ਚੀਜ਼ ਅਸੀਂ ਕਰੀਏ, ਸਿੱਖੀਏ ਤੇ ਉਹਦੀ ਸਮਝ ਆ ਜੇ ਨਾ ਸਾਧ ਸੰਗਤ ਜੀਓ, ਤੇ ਮਨ ਦੇ ਵਿੱਚ ਆਪਣੇ ਆਪ ਟਿਕਾਊ ਆ ਜਾਂਦਾ ਕਿ ਮੈਨੂੰ ਸਮਝ ਆ ਗਈ ਹੈ, ਤੇ ਉਹਦਾ ਭਰੋਸਾ ਯਕੀਨ ਬਣ ਜਾਂਦਾ, ਸੰਤੋਖ ਆ ਜਾਂਦਾ। ਹੁਣ ਗੁਰੂ ਗੋਸਾਈ ਨੂੰ ਸੰਤੋਖ ਨਾ ਆਇਆ। ਸੰਤੋਖ ਵੀ ਆਵੇ ਕਿਸ ਤਰ੍ਹਾਂ ਕਿ ਲੱਗਾ ਕਿ ਹਜੇ ਮੈਨੂੰ ਨਹੀਂ, ਰਾਮ ਦੇ ਉਚਾਰਨ ਦੀ ਸਮਝ ਨਹੀਂ ਆਈ, ਮੈਨੂੰ ਮੇਰਾ ਪਰਮਾਤਮਾ ਕੀ ਹੈ ਮੈਨੂੰ ਪਤਾ ਹੀ ਨਹੀਂ ਲੱਗਾ ਹਜੇ ਅਸਲ 'ਚ, ਇਹ ਕਿਸ ਤਰ੍ਹਾਂ ਮਿਲੇਗਾ ਤੇ ਇਹਦੇ ਸਕਦਾ ਮੇਰੇ ਅੰਦਰੋਂ ਹੰਕਾਰ ਹੋਮੇ ਕਿਸ ਤਰ੍ਹਾਂ ਮਿਟੇਗੀ। ਹੁਣ 12 ਸਾਲਾਂ ਬਾਅਦ ਫਿਰ ਤੁਰ ਪਿਆ ਉਹ ਸਾਧੂ ਨੂੰ ਲੱਭਣ, ਤੇ ਫਿਰ ਆਖਿਆ, ਉਹ ਸਾਧੂ ਨਾ ਮਿਲਿਆ ਤੇ ਹੁਣ ਮਨ ਦੇ ਵਿੱਚ ਆਇਆ ਕਿ ਨਹੀਂ, ਮੇਰਾ ਜੀਵਨ ਕਿਸੇ ਕੰਮ ਦਾ ਨਹੀਂ, ਵਿਅਰਥ ਹੈ। ਇੰਨੀ ਉਮਰ ਮੈਂ ਬਤੀਤ ਕੀਤੀ, ਭਗਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਅੰਦਰ ਉਹ ਕਾਰਜ ਨਹੀਂ ਆਇਆ ਜਿਹੜੀ ਕਿ ਮੈਂ ਵਸਤਾ ਭਾਲਦਾ ਸੀਗਾ। ਹੁਣ ਕੀ ਕੀਤਾ, ਫਿਰ ਗੁਰੂ ਪਿਆਰੀ ਸਾਧ ਸੰਗਤ ਗੰਗਾ ਦੇ ਕਿਨਾਰੇ ਮਨ ਕੀਤਾ ਕਿ ਮੈਂ ਡੁੱਬ ਕੇ ਗੰਗਾ ਦੇ ਵਿੱਚ ਮਰ ਜਾਵਾਂ। ਇੰਨਾ ਗਿਆਨ ਹੋਣ ਦੇ ਬਾਅਦ ਵੀ ਮੈਂ ਅਗਿਆਨੀ ਹਾਂ। ਹੁਣ ਬੇੜੀ ਦੇ ਵਿੱਚ ਬੈਠਾ ਕੀ ਵੇਖਦਾ ਕਿ ਉਹੀ ਬੇੜੀ, ਉਸੇ ਬੇੜੀ ਦੇ ਵਿੱਚ ਉਹ ਸਾਧੂ ਬੈਠਾ। ਉਮਰ ਵੱਧ ਗਈ ਹੈ, ਥੋੜ੍ਹੀ ਲੰਬੇਰੀ ਹੋ ਗਈ ਏ, ਸਾਧੂ ਬੈਠਾ ਹੈ, ਸਾਧੂ ਨਾਲ ਮਿਲਾਪ ਹੋ ਗਿਆ। ਦੇਖਦਿਆਂ ਸਾਰ ਸਾਧੂ ਦੇ ਚਰਨਾਂ ਦੇ ਵਿੱਚ ਜਾ ਡਿੱਗਾ। ਫਰਕ ਪੈ ਗਿਆ ਨਾ, 12 ਸਾਲਾਂ ਦਾ ਸਾਰਾ ਕੁਝ ਜੋ ਵਟਿਆ ਸੀ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਹੁਣ ਸਾਧੂ ਅੱਗੇ ਕੁਰਲਾਉਂਦਾ, ਆਖਣ ਲੱਗਾ ਕਿ ਬਾਬਾ, ਇੰਨੇ ਸਾਲ ਹੋ ਗਏ ਮੈਂ ਰਾਮ ਦਾ ਉਚਾਰਨ ਕੀਤਾ, ਪਰ ਮੇਰੇ ਅੰਦਰ ਉਹ ਅਵਸਥਾ ਨਹੀਂ ਆਈ ਜਿਹੜੀ ਮੈਂ ਭਾਲਦਾ ਸੀ, ਜਿਹਦੀ ਆਪਾਂ ਚਰਚਾ ਕੀਤੀ ਸੀ 12 ਸਾਲ ਪਹਿਲਾਂ। ਅੱਖਾਂ 'ਚ ਨੀਰ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਹ ਸਾਧੂ ਨਹੀਂ ਪਤਾ ਕੀ ਬਚਨ ਆਖੇ, ਆਖਣ ਲੱਗਾ ਕਿ ਤੂੰ ਗੁਰੰਗ ਗੋਸਾਈ ਹੈ ਨਾ, ਨਾਮ ਲੈਤਾ। ਆਪਣੇ ਆਪ ਆਖਣ ਲੱਗਾ, ਨਹੀਂ ਮੈਂ ਗੁਰੰਗ ਗੋਸਾਈ ਨਹੀਂ ਬਜ਼ੁਰਗੋ, ਮੈਂ ਪਰਮਾਤਮਾ ਦਾ ਸੇਵਾਦਾਰ ਆ, ਇੱਕ ਜਗਤ ਆ, ਇੱਕ ਪ੍ਰਾਣੀ ਆ, ਮੈਂ ਕੁਝ ਵੀ ਨਹੀਂ। ਆਖਿਆ, ਨਹੀਂ ਤੂੰ ਖਿਆਲ ਕਰਤਾ ਏ ਕਥਾ ਵਾਚੰਗੇ ਗੁਰੰਗ ਗੋਸਾਈ। ਜਦੋਂ ਉਸੇ ਬਜ਼ੁਰਗ ਕੋਲੋਂ ਉਹ ਬਚਨ ਬਦਲੀ ਹੋ ਗਏ ਨਾ, ਕਨਵੈਂਟ ਹੋ ਗਏ। ਪਹਿਲਾਂ ਮੂਰਖ ਆਖਿਆ ਸੀ, ਅਗਿਆਨਹੀਨ ਆਖਿਆ ਸੀ, ਹੁਣ ਆਖਿਆ ਕਥਾ ਵਾਚਕੇ ਤੂੰ ਗਿਆਨਵਾਨ ਏ ਗੁਰੰਗ, ਕਿਉਂਕਿ ਨਿਮਰਤਾ ਆ ਗਈ। ਪਰਮਾਤਮਾ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਪ੍ਰਾਪਤ ਹੋ ਗਿਆ ਗੁਰੰਗ ਨੂੰ, ਪਰ ਪਤਾ ਨਾ ਲੱਗਾ। ਉਸ ਦਿਨ ਪਤਾ ਲੱਗਾ ਜਾ ਕੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਕਾਲ ਪੁਰਖ ਮੇਰੇ ਅੰਦਰੋਂ ਹੋਮੇ ਚਲੀ ਗਈ, ਕਿਰਪਾ ਕਰ, ਜੇ ਹੈ ਤੇ ਉਹ ਵੀ ਚਲੀ ਜਾਏ, ਤੂੰ ਕਿਰਪਾ ਕਰ, ਤੇਰੀ ਰਹਿਮਤ ਸਦਕਾ ਹੁਣ ਮੈਨੂੰ ਤੂੰ ਹੀ ਤੂੰ ਨਜ਼ਰ ਆਵੇਂ ਹਰੇਕ ਪਾਸੇ। ਆਨਲ ਅਗਮ ਜੈਸੇ ਲਹਿਰ ਮੈਂ ਉਦਦ, ਜਿਸ ਤਰ੍ਹਾਂ ਜਲ ਪਾਣੀ ਗੁਰੂ ਪਿਆਰੀ ਸਾਧ ਸੰਗਤ ਸਮੁੰਦਰ ਦਾ, ਸਾਗਰ ਦਾ, ਉੱਤੋਂ ਬਾਹਰ ਉੱਠਦਾ, ਉੱਠ ਕੇ ਉੱਤੋਂ ਵਿਛੜਨ ਨੂੰ ਫਿਰਦਾ, ਉੱਤੋਂ ਬਾਹਰ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦਾ ਪਾਣੀ, ਪਰ ਅਖੀਰ 'ਚ ਹੁੰਦਾ ਕੀ ਹੈ, ਬਾਹਰ ਆਉਂਦਾ, ਛਾਲਾਂ ਦੀਆਂ ਛਾਲਾਂ ਫਿਰ ਬਾਅਦ 'ਚੋਂ ਅੰਦਰ ਚਲੀਆਂ ਜਾਂਦੀਆਂ। ਮਨੁੱਖ ਵੀ ਕੀ ਕਰਦਾ ਕਿ ਪਰਮਾਤਮਾ ਤੋਂ ਬਾਹਰੇ ਹੋਣ ਦੀ ਚੱਲਣ ਕਰਦਾ, ਕੋਸ਼ਿਸ਼ ਕਰਦਾ ਕਿ ਮੈਂ ਉਹ ਕਰ ਲਾਂ, ਮੈਂ ਆਹ ਕਰ ਲਵਾਂ। ਨਿੰਦਿਆ, ਚੁਗਲੀ,
ਯਾਰੀ ਦੇ ਵਿੱਚ ਪੈ ਕੇ ਆਪਣਾ ਸਮਾਂ ਆਪਣੀ ਆਯੂ ਖਰਾਬ ਕਰੀ ਜਾਂਦਾ ਹੈ। ਪਰ ਅਖੀਰ ਦੇ ਵਿੱਚ ਉਹਦੇ ਅੰਦਰ ਸਮਾਣਾ ਪੈਣਾ ਹੈ। ਅਨਲ ਅਗਮ ਜੈਸੇ ਜਲ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ, ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਨਾ, ਉਸੇ ਤਰ੍ਹਾਂ ਮਨੁੱਖ ਨੂੰ ਵੀ ਪਰਮਾਤਮਾ 'ਚ ਸਮਾਉਣਾ ਪੈਣਾ। ਉਹਦੇ ਅੰਸ਼ ਹਾਂ ਅਸੀਂ ਮਾਧਵੇ ਕਿਆ ਕਹੀਏ ਭਰਮ ਐਸਾ ਮਾਇਆ ਨੇ ਭਰਮ ਪਾਇਆ ਹੋਇਆ ਏ, ਜੈਸਾ ਮਾਨੀਏ ਹੋਈ ਨਾ ਤੈਸਾ। ਇਹ ਚਮਕ ਦੁਨੀਆ ਦੀ ਕੁਝ ਸਮੇਂ ਲਈ ਹੈ। ਜਿਸ ਤਰ੍ਹਾਂ ਦਾ ਮੰਨਦੇ ਹਾਂ ਸਮਝਦੇ ਹਾਂ ਇਸ ਤਰ੍ਹਾਂ ਦੀ ਹੈ ਹੀ ਨਹੀਂ। ਰਹਾਓ ਨਰਪਤ ਇੱਕ ਸਿੰਘਾਸਨ ਸੋਇਆ ਉਦਾਹਰਨ ਦੇ ਕੇ ਆਖਦੇ ਹਨ, ਜਿਸ ਤਰ੍ਹਾਂ ਇੱਕ ਰਾਜਾ ਸਮਝ ਲਓ ਉਹ ਆਪਣੇ ਸਿੰਘਾਸਨ ਤੇ ਸੋਇਆ ਏ, ਫੁੱਲਾਂ ਵਾਲੀ ਸਹਿਜਾ ਦੇ ਉੱਤੇ ਸੋਇਆ ਏ, ਪਲੰਘ ਤੇ ਸੋਤਾ ਹੋਇਆ ਏ। ਸੁਪਨੇ ਪਿਆ ਭਿਖਾਰੀ ਸੁਪਨੇ 'ਚ ਭਿਖਾਰੀ ਬਣ ਗਿਆ। ਕਿਉਂ? ਅਛਤ ਰਾਜ ਵਿੱਚ ਫਿਰ ਦੁੱਖ ਪਾਇਆ, ਕਿਉਂਕਿ ਰਾਜ ਸੁਪਨੇ ਦੇ ਵਿੱਚ ਵਿਛੜ ਗਿਆ, ਖਤਮ ਹੋ ਗਿਆ, ਖੋਇਆ ਗਿਆ ਰਾਜ। ਫਿਰ ਦੁੱਖ ਲੱਗਾ ਬੜਾ, ਮੇਰਾ ਐਡਾ ਰਾਜ ਸੀ। ਪਾਤਸ਼ਾਹ ਜੀ ਆਖਦੇ ਨੇ ਸੋ ਗਤ ਐਸੀ ਗਤ ਐਸੀ ਅਵਸਥਾ ਸਾਡੀ ਵੀ ਹੋ ਗਈ ਹੈ, ਸੋ ਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਪਛਤਾਣਾ ਪੈਣਾ। ਫਿਰ ਪਛਤਾਵੇਗਾ ਦਾ ਕੋਈ ਲਾਭ ਨਹੀਂ ਪਛਤਾਵੇ ਦਾ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਜਿਸ ਤਰ੍ਹਾਂ ਰਾਜੇ ਦਾ ਪ੍ਰਸੰਗ ਹੈ ਭਾਈ ਇਹ ਵਾਲਾ। ਅਬ ਕਛ ਮਰਮ ਜਨਾਇਆ, ਫਿਰ ਭਰਮ ਚ ਪਿਆ ਕੋਈ ਫਾਇਦਾ ਨਹੀਂ ਹੋਣਾ, ਪਛਤਾਇਆ ਕੁਝ ਨਹੀਂ ਹੋਣਾ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ, ਜਿਸ ਤਰ੍ਹਾਂ ਗੁਰੂ ਪਿਆਰੇ ਸਾਧ ਸੰਗਤ ਜੀਓ ਕੋਈ ਧਾਤੂ ਕੀਮਤੀ ਹੋਵੇ, ਬੜੇ ਭਾਗਾਂ 'ਚ ਹੋਵੇ, ਉਹਨੂੰ ਇੱਕ ਕਰ ਦੇਈਏ ਨਾ, ਇੱਕ ਥਾਂ ਕਰ ਦਈਏ, ਇੱਕੋ ਭਸਮ ਉਹੀ ਚੀਜ਼ ਬਣ ਜਾਂਦੀ ਹੈ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ, ਫਿਰ ਉਹ ਧਾਤੂ ਆਪਸ ਜਾ ਕੇ ਮਿਲ ਜਾਂਦੀ ਏ। ਭਾਵੇਂ ਬੜੇ ਸਾਲਾਂ ਬਾਅਦ ਸੋਨਾ ਨੂੰ ਇਕੱਠੇ ਕਰਦੇ, ਸੋਨਾ ਫਿਰ ਇੱਕ ਹੋ ਜਾਂਦਾ। ਸਰਬੇ ਇੱਕ ਅਨੇਕਾ ਸੁਆਮੀ ਸਭ ਘਟ ਭੋਗ ਬੈ ਸੋਈ। ਅਕਾਲ ਪੁਰਖ ਸਭਨਾਂ ਦੇ ਵਿੱਚ ਸਮਾਇਆ, ਕਈ ਰੂਪਾਂ ਦੇ ਵਿੱਚ ਦਿਖਾਈ ਦਿੰਦਾ, ਪਰ ਦੇਖਣ ਵਾਲੀ ਨਜ਼ਰ ਚਾਹੀਦੀ ਹੈ। ਸਰਬੇ ਇੱਕ ਅਨੇਕਾ ਸੁਆਮੀ ਸਭ ਘਟ ਭੋਗ ਬੈ ਸੋਈ, ਸਭ ਘਟ ਸਭ ਹਿਰਦਿਆਂ ਦੇ ਵਿੱਚ ਵਸਦਾ ਭੋਗਦਾ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਰਵਿਦਾਸ ਮਹਾਰਾਜ ਆਖਦੇ ਹਨ ਹੱਥ ਪੈ ਨੇੜੇ, ਅਕਾਲ ਪੁਰਖ ਬੜਾ ਨੇੜੇ ਹੈ ਭਾਈ, ਬਹੁਤ ਜ਼ਿਆਦਾ ਨੇੜੇ ਹੈ। ਸਹਿਜੇ ਹੋਏ ਸੋ ਹੋਈ, ਸਹਿਜ ਅਵਸਥਾ ਸੰਤੋਖ ਜਿੱਦਣ ਆ ਗਿਆ ਉਹਦੀ ਪ੍ਰਾਪਤੀ ਹੋ ਜਾਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।